ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚੋ। ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 8ਵੀਂ ਕਲਾਸ ਦਾ ਪਹਿਲਾ ਚੈਪਟਰ ਫਸਲ ਉਤਪਾਦਨ ਅਤੇ ਪ੍ਰਬੰਧਨ। ਸੋ ਸਭ ਤੋਂ ਪਹਿਲਾਂ ਇਹ ਚੈਪਟਰ ਦਾ ਮਤਲਬ ਕੀ ਹੈ? ਠੀਕ ਹੈ, ਇਸ ਚੈਪਟਰ ਦਾ ਮਤਲਬ ਹੈ ਫਸਲ ਦਾ ਉਤਪਾਦਨ ਕਰਨਾ। ਕਹਿਣ ਦਾ ਭਾਵ ਫਸਲ ਨੂੰ ਉਗਾਉਣਾ। ਅਤੇ ਪ੍ਰਬੰਧਨ ਦਾ ਮਤਲਬ ਕੀ ਆ ਕਿ ਉਹਦੀ ਕਿਵੇਂ ਮੈਨੇਜਮੈਂਟ ਕਰਨੀ ਹੈ। ਠੀਕ ਹੈ, ਸੋ ਮੈਂ ਚੈਪਟਰ ਪਹਿਲਾਂ ਰੀਡ ਕਰਾਂਗੀ, ਉਸ ਤੋਂ ਬਾਅਦ ਉਹਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ ਕੀ ਆ? ਪਹੇਲੀ ਅਤੇ ਬੂਝੋ। ਇਹ ਦੋ ਨਾਮ ਨੇ ਅਸਲ ਵਿੱਚ। ਠੀਕ ਹੈ, ਜੋ ਸਾਨੂੰ ਮਤਲਬ ਕਿਉਰਿਓਸਿਟੀ ਨੂੰ ਜਗਾਉਣ ਵਾਸਤੇ, ਸਾਡੀ ਉਤਸੁਕਤਾ ਨੂੰ ਜਗਾਉਣ ਵਾਸਤੇ ਬਣਾਏ ਗਏ ਨੇ। ਕਹਿੰਦੇ ਪਹੇਲੀ ਅਤੇ ਬੂਝੋ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਚਾਚਾ ਜੀ ਦੇ ਘਰ ਗਏ ਹਨ। ਉਹਨਾਂ ਦੇ ਚਾਚਾ ਜੀ ਕਿਸਾਨ ਹਨ। ਇੱਕ ਦਿਨ ਉਹਨਾਂ ਨੇ ਖੇਤ ਵਿੱਚ ਕੁਝ ਔਜ਼ਾਰ ਜਿਵੇਂ ਕਿ ਖੁਰਪਾ, ਦਾਤੀ, ਬੇਲਚਾ, ਹਲ ਆਦਿ ਵੇਖੇ। ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਔਜ਼ਾਰ ਅਸੀਂ ਕਿੱਥੇ ਅਤੇ ਕਿਵੇਂ ਵਰਤਦੇ ਹਾਂ। ਠੀਕ ਹੈ, ਪਰ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਜਿਹੜੇ ਮੈਂ ਔਜ਼ਾਰਾਂ ਦਾ ਨਾਮ ਲਿਆ ਏ, ਇੱਦਾਂ ਤੁਸੀਂ ਪਹਿਲਾਂ ਹੀ ਰੂਬਰੂ ਹੋਵੋਗੇ। ਤੁਸੀਂ ਸਾਰਿਆਂ ਨੇ ਪੜ੍ਹਿਆ ਹੈ ਕਿ ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਨੇ। ਠੀਕ ਹੈ, ਕੀ ਤੁਸੀਂ ਸੋਚ ਸਕਦੇ ਹੋ ਕਿ ਹਰੇ ਪੌਦੇ ਆਪਣਾ ਭੋਜਨ ਕਿਵੇਂ ਸੰਸ਼ਲਿਸ਼ਟ ਕਰਦੇ ਹਨ? ਮਨੁੱਖ ਅਤੇ ਸਾਰੇ ਜੰਤੂ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ, ਤਾਂ ਫਿਰ ਜੰਤੂ ਆਪਣਾ ਭੋਜਨ ਪ੍ਰਾਪਤ ਕਿੱਥੋਂ ਕਰਦੇ ਨੇ? ਪਰ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਅਸੀਂ ਭੋਜਨ ਕਿਉਂ ਖਾਂਦੇ ਹਾਂ। ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਭੋਜਨ ਤੋਂ ਪ੍ਰਾਪਤ ਊਰਜਾ ਨੂੰ, ਊਰਜਾ ਮੀਨਸ ਤਾਕਤ। ਠੀਕ ਹੈ, ਸੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਭੋਜਨ ਤੋਂ ਪ੍ਰਾਪਤ ਊਰਜਾ ਨੂੰ ਜੰਤੂ ਆਪਣੀਆਂ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਲਈ ਵਰਤਦੇ ਹਨ। ਸਰੀਰਕ ਕਿਰਿਆਵਾਂ ਦਾ ਮਤਲਬ ਕੀ ਹੈ? ਸਰੀਰਕ ਕਿਰਿਆਵਾਂ ਦਾ ਮਤਲਬ ਹੈ ਕਿ ਸਾਡੀ ਬਾਡੀ ਜਿਹੜਾ ਵੀ ਕੰਮ ਕਰਦੀ ਹੈ। ਕਿਹੜਾ ਕੰਮ ਕਰਦੀ ਹੈ? ਲਾਈਕ ਸਾਹ ਲੈਣਾ, ਰੋਟੀ ਨੂੰ ਪਚਾਉਣਾ, ਚੱਲਣਾ ਫਿਰਨਾ, ਇਹ ਸਾਰੀਆਂ ਸਰੀਰਕ ਕਿਰਿਆਵਾਂ ਆ ਜਾਂਦੀਆਂ ਨੇ। ਅੱਗੇ ਲਿਖਿਆ ਹੀ ਹੋਇਆ ਹੈ ਪਾਚਨ ਕਿਰਿਆ, ਸਾਹ ਕਿਰਿਆ ਅਤੇ ਮਲ ਤਿਆਗ ਕਿਰਿਆ। ਮਲ ਤਿਆਗ ਕਿਰਿਆ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਅਸੀਂ ਆਪਣੇ ਸਰੀਰ ਦੇ ਵਿੱਚੋਂ ਯੂਰਿਨ ਬਾਹਰ ਕੱਢਦੇ ਹਾਂ। ਅਸੀਂ ਆਪਣਾ ਭੋਜਨ ਪੌਦਿਆਂ ਜਾਂ ਜੰਤੂਆਂ ਤੋਂ, ਜਾਂ ਪੌਦੇ ਅਤੇ ਜੰਤੂਆਂ ਦੋਨਾਂ ਤੋਂ ਪ੍ਰਾਪਤ ਕਰਦੇ ਹਾਂ। ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਭੋਜਨ ਦੀ ਜ਼ਰੂਰਤ ਹੈ, ਤਾਂ ਫਿਰ ਅਸੀਂ ਆਪਣੇ ਦੇਸ਼ ਦੀ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਕਿਵੇਂ ਉਪਲਬਧ ਕਰਵਾ ਸਕਦੇ ਹਾਂ? ਠੀਕ ਹੈ, ਅਜਿਹਾ ਕਰਨ ਲਈ ਸਾਨੂੰ ਵੱਡੇ ਪੱਧਰ ਤੇ ਭੋਜਨ ਦਾ ਉਤਪਾਦਨ ਮੀਨਸ ਭੋਜਨ ਨੂੰ ਪ੍ਰੋਡਿਊਸ, ਉਗਾਉਣਾ ਪਊਗਾ। ਠੀਕ ਹੈ, ਉਸ ਤੋਂ ਬਾਅਦ ਕੀ ਆ ਗਿਆ ਕਿ ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਭੋਜਨ ਦਾ ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ ਤੇ ਸਹੀ ਵੰਡ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਾਈਨ ਦਾ ਕੀ ਮਤਲਬ ਹੈ ਔਰ ਇਸ ਪੈਰਾਗ੍ਰਾਫ ਦਾ ਕੀ ਮਤਲਬ ਹੈ ਕਿ ਜੇ ਸਾਡੀ ਐਡੀ ਵੱਡੀ ਜਨਸੰਖਿਆ ਹੈ, ਹਰੇਕ ਬੰਦੇ ਨੂੰ ਅਸੀਂ ਚਾਹੁੰਦੇ ਹਾਂ ਕਿ ਭੋਜਨ ਮਿਲੇ, ਤਾਂ ਕਿਵੇਂ ਮਿਲੇਗਾ? ਸਭ ਤੋਂ ਪਹਿਲਾਂ ਉਹਦਾ ਉਤਪਾਦਨ, ਉਹਦੀ ਪ੍ਰੋਡਕਸ਼ਨ, ਉਹਦੇ ਉਗਾਉਣਾ ਸਾਨੂੰ ਵੱਡੀ ਮਾਤਰਾ 'ਚ ਪਵੇਗਾ। ਉਹਦਾ ਉਚਿਤ ਪ੍ਰਬੰਧਨ ਮੀਨਸ ਜਿਹੜੇ ਸਾਨੂੰ ਕਣਕ, ਝੋਨਾ ਜਾਂ ਕੋਈ ਵੀ ਅਨਾਜ, ਕੋਈ ਵੀ ਦਾਲ ਮਿਲ ਗਈ ਹੈ, ਉਹਦੀ ਸਾਂਭ ਸੰਭਾਲ, ਵੰਡ ਪ੍ਰਣਾਲੀ, ਕਿੰਨਾ ਭੋਜਨ ਦੇਣਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਂਦੀ ਹੈ ਸਾਡੀ ਖੇਤੀਬਾੜੀ ਪद्धਤੀਆਂ ਮੀਨਸ ਕਿਹੜੀਆਂ ਆਪਾਂ ਪ੍ਰੈਕਟਿਸਿਸ ਕਰਦੇ ਹਾਂ। ਲਗਭਗ 10,000 ਸਾਲ ਈਸਾ ਪੂਰਵ ਮਨੁੱਖ ਜੰਗਲੀ ਜੀਵ ਬਤੀਤ ਕਰਦਾ ਸੀ। ਉਹ ਭੋਜਨ ਅਤੇ ਰਹਿਣ ਬਸੇਰੇ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ। ਉਹ ਪੌਦਿਆਂ ਦੇ ਫਲ, ਤਣੇ, ਪੱਤੇ ਅਤੇ ਜੜ੍ਹਾਂ ਖਾਂਦਾ ਸੀ। ਫਿਰ ਉਸਨੇ ਜੰਤੂਆਂ ਦਾ ਸ਼ਿਕਾਰ ਕਰਕੇ ਖਾਣਾ ਸ਼ੁਰੂ ਕੀਤਾ। ਸਮਾਂ ਬੀਤਣ ਦੇ ਨਾਲ ਮਨੁੱਖ ਦੇ ਕੁਝ ਕਬੀਲਿਆਂ ਨੇ ਪਾਣੀ ਦੇ ਸਰੋਤਾਂ ਦੇ ਨੇੜੇ ਵਸਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਭੋਜਨ ਲਈ ਕਣਕ, ਚਾਵਲ, ਹੋਰ ਫਸਲਾਂ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਖੇਤੀਬਾੜੀ ਦਾ ਜਨਮ ਹੋਇਆ। ਸੋ ਪੌਦਿਆਂ ਦੀਆਂ ਕੁਝ ਪ੍ਰਜਾਤੀਆਂ ਨੂੰ ਇੱਕ ਥਾਂ ਤੇ ਉਗਾਉਣ ਨੂੰ ਆਪਾਂ ਖੇਤੀਬਾੜੀ ਕਹਿੰਦੇ ਹਾਂ। ਪੌਦਿਆਂ ਵਿੱਚ ਇੱਕੋ ਪ੍ਰਜਾਤੀ ਇੱਕੋ ਥਾਂ ਤੇ ਵੱਡੇ ਪੱਧਰ ਤੇ ਅਗਰ ਆਪਾਂ ਉਗਾਉਂਦੇ ਹਾਂ ਤੇ ਉਸਨੂੰ ਆਪਾਂ ਕੀ ਕਹਿੰਦੇ ਆ? ਫਸਲ। ਕੀ ਬੋਲਦੇ ਆ ਆਪਾਂ ਉਸਨੂੰ? ਫਸਲ ਬੋਲਦੇ। ਔਰ ਇਹ ਜਿਹੜੀ ਫਸਲ ਹੈ,
इसनूं आपां की बोलते हैं, फसल बोलते हैं। ठीक है जी। और ये फसल ਦੀ ਉਦਾਹਰਨ ਅਗਰ ਆਪਾਂ ਲੈਣੀ ਹੋਵੇ, ਕਣਕ, ਝੋਨਾ, ਮੱਕੀ, ਇਹ ਸਾਰੀਆਂ ਕੀ ਨੇ ਸਾਡੀਆਂ ਫਸਲਾਂ। ਹੁਣ ਜਦੋਂ ਆਪਾਂ ਕਣਕ ਬੀਜਦੇ ਹਾਂ ਤੇ ਉਹਦੇ ਵਿੱਚ ਆਪਾਂ ਝੋਨਾ ਥੋੜੀ ਨਾ ਬੀਜ ਦਿੰਦੇ ਹਾਂ, ਇੱਕੋ ਤਰੀਕੇ ਦੀ ਫਸਲ ਬੀਜਦੇ ਹਾਂ ਨਾ। ਸੋ ਕੀ ਆ ਗਈ, ਸਾਡੀ ਫਸਲ ਆ ਗਈ। ਸੋ ਉਸ ਤੋਂ ਬਾਅਦ ਫਸਲਾਂ ਅਲੱਗ-ਅਲੱਗ ਕਿਸਮਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਅਨਾਜ। ਹੁਣ ਅਨਾਜ ਵਿੱਚ ਸਾਡੇ ਕੋਲ ਕੀ ਆ ਜਾਂਦਾ ਹੈ, ਸਾਡੇ ਕੋਲ ਅਨਾਜ ਵਿੱਚ ਆ ਜਾਂਦਾ ਹੈ ਕਣਕ, ਝੋਨਾ, ਮੱਕੀ, ਇਹ ਸਾਰੇ ਕੀ ਆ ਜਾਂਦੇ ਸਾਡੇ ਕੋਲ, ਅਨਾਜ ਵਿੱਚ ਆ ਜਾਂਦੇ ਨੇ। ਉਸ ਤੋਂ ਬਾਅਦ ਦਾਲਾਂ, ਸਬਜ਼ੀਆਂ, ਇਹ ਸਾਰੀਆਂ ਚੀਜ਼ਾਂ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਨੇ। ਜਿਸ ਮੌਸਮ ਵਿੱਚ ਇਹ ਪੌਦੇ ਉਗਾਏ ਜਾਂਦੇ ਹਨ, ਉਸੇ ਆਧਾਰ 'ਤੇ ਅਸੀਂ ਫਸਲ ਦਾ ਵਰਗੀਕਰਨ ਕਰ ਦਿੰਦੇ ਹਨ। ਵਰਗੀਕਰਨ ਮੀਨਜ਼ ਵੰਡ ਦਿੰਦੇ ਹਨ। ਉਦਾਹਰਨ ਦੇ ਤੌਰ 'ਤੇ ਆਪਾਂ ਕੁਝ ਸਬਜ਼ੀਆਂ ਹੈ ਉਹ ਹਮੇਸ਼ਾ ਗਰਮੀਆਂ ਦੇ ਵਿੱਚ ਹੀ ਉਗਾਉਂਦੇ ਹਾਂ, ਲਾਈਕ ਕੱਦੂ, ਲੌਕੀ, ਭਿੰਡੀ। ਠੀਕ ਹੈ, ਇਹ ਸਿਰਫ ਔਰ ਸਿਰਫ ਆਪਾਂ ਗਰਮੀਆਂ ਦੇ ਵਿੱਚ ਹੀ ਉਗਾਉਂਦੇ ਹਾਂ। ਤੇ ਆਪਾਂ ਦੂਜੇ ਪਾਸੇ ਦੀ ਗੱਲ ਕਰੀਏ, ਜਿਵੇਂ ਗਾਜਰ, ਮੂਲੀ, ਸ਼ਲਗਮ, ਇਹ ਸਾਰੀਆਂ ਆਪਾਂ ਕਦੋਂ ਉਗਾਉਂਦੇ ਹਾਂ, ਸਰਦੀ ਦੀ ਰੁੱਤ ਵਿੱਚ। ਸੋ ਇਹਦਾ ਮਤਲਬ ਪੌਦਿਆਂ ਦਾ ਰੁੱਤਾਂ ਦੇ ਨਾਲ ਵੀ ਕੋਈ ਨਾ ਕੋਈ ਸੰਬੰਧ ਹੈਗਾ ਹੈ। ਸੋ ਅਗਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਇੱਕ ਵਿਸ਼ਾਲ ਦੇਸ਼ ਹੈ। ਮੌਸਮੀ ਹਾਲਾਤ ਜਿਵੇਂ ਕਿ ਤਾਪਮਾਨ, ਨਮੀ, ਵਰਖਾ ਆਦਿ ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਹਨ। ਇਸ ਲਈ ਸਾਡੇ ਦੇਸ਼ ਦੇ 2 ਭਿੰਨ-ਭਿੰਨ ਖੇਤਰਾਂ ਵਿੱਚ ਭਿੰਨ-ਭਿੰਨ ਫਸਲਾਂ ਉਗਾਈਆਂ ਜਾਂਦੀਆਂ ਹਨ। ਇੰਨੀ ਜ਼ਿਆਦਾ ਭਿੰਨਤਾ ਦੇ ਬਾਵਜੂਦ ਮੋਟੇ ਤੌਰ 'ਤੇ ਫਸਲਾਂ ਨੂੰ 2 ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਠੀਕ ਹੈ, ਹੁਣ ਮੈਂ ਉਮੀਦ ਕਰਦੀ ਹੋਵਾਂਗੀ ਕਿ ਤੁਸੀਂ ਸਾਰਿਆਂ ਨੇ ਹਾੜੀ ਤੇ ਸੌਣੀ ਨਾਂ ਤੇ ਸੁਣਿਆ ਹੀ ਹੋਊਗਾ। ਸੁਣਿਆ ਹੈ ਕਿ ਨਹੀਂ ਸੁਣਿਆ? ਹਾੜੀ, ਸੌਣੀ। ਸੋ ਹਾੜੀ ਖਰੀਫ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਨੇ? ਜੋ ਫਸਲਾਂ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਖਰੀਫ ਦੀਆਂ ਫਸਲਾਂ ਕਿਹਾ ਜਾਂਦਾ ਹੈ। ਭਾਰਤ ਵਿੱਚ ਵਰਖਾ ਦੀ ਰੁੱਤ ਜੂਨ ਤੋਂ ਸਤੰਬਰ ਮਹੀਨੇ ਤੱਕ ਰਹਿੰਦੀ ਹੈ। ਉਦਾਹਰਨ ਚਾਵਲ, ਮੱਕੀ, ਸੋਇਆਬੀਨ, ਮੂੰਗਫਲੀ, ਕਪਾਹ, ਇਹ ਖਰੀਫ ਦੀਆਂ ਫਸਲਾਂ ਨੇ। ਠੀਕ ਹੈ, ਤੇ ਕਾਹਤੇ ਡਿਪੈਂਡ ਕਰਦੀਆਂ ਨੇ? ਮਾਨਸੂਨ, ਮੀਂਹ ਦੇ ਉੱਪਰ ਡਿਪੈਂਡ ਕਰਦੀਆਂ ਨੇ। ਸੋ ਇਹ ਜਿਹੜੀਆਂ ਨੇ ਇਹ ਹੈ ਅਸਲ 'ਚ ਨੇ ਸਾਉਣੀ ਦੀਆਂ ਫਸਲਾਂ। ਸੋ ਹਾੜੀ ਦੀਆਂ ਫਸਲਾਂ ਦੀ ਗੱਲ ਕਰੀਏ ਤੇ ਜੋ ਫਸਲਾਂ ਜਿਹੜੀਆਂ ਸਰਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਰਬੀ ਦੀਆਂ ਫਸਲਾਂ ਕਿਹਾ ਜਾਂਦਾ ਹੈ। ਇਹ ਮੌਨਸੂਨ ਤੇ ਨਿਰਭਰ ਨਹੀਂ ਕਰਦੀਆਂ। ਕਿਉਂ? ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਜ਼ਿਆਦਾ ਮੀਂਹ ਨਹੀਂ ਦੇਖਦੇ ਆਪਾਂ ਜ਼ਿਆਦਾ। ਠੀਕ ਹੈ, ਘੱਟ ਮੀਂਹ ਹੁੰਦਾ ਸਰਦੀਆਂ ਦੇ ਵਿੱਚ। ਸੋ ਇਹ ਮੌਨਸੂਨ ਤੇ ਨਿਰਭਰ ਨਹੀਂ ਕਰਦੀ। ਤੇ ਉਦਾਹਰਨ ਇਹਦੀ ਕਣਕ, ਛੋਲੇ, ਮਟਰ, ਸਰੋਂ, ਅਲਸੀ। ਓਕੇ ਜੀ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਆ ਜਾਂਦਾ ਹੈ ਫਸਲ ਉਤਪਾਦਨ ਸੰਬੰਧੀ ਮੁੱਖ ਖੇਤੀ ਪद्धਤੀਆਂ। ਸੋ ਧਾਨ ਦੀ ਫਸਲ ਸਰਦੀ ਰੁੱਤ ਵਿੱਚ ਆਪਾਂ ਕਿਉਂ ਨਹੀਂ ਉਗਾਉਂਦੇ ਜੀ ਬੱਚੇ? ਇਸ ਕਰਕੇ ਨਹੀਂ ਉਗਾਉਂਦੇ ਕਿਉਂਕਿ ਸਰਦੀ ਰੁੱਤ ਵਿੱਚ ਕੀ ਬਹੁਤ ਠੰਡ ਹੁੰਦੀ ਹੈ ਔਰ ਨਮੀ ਬਹੁਤ ਘੱਟ ਹੁੰਦੀ ਹੈ। ਪਰ ਧਾਨ ਕਿਹਨੂੰ ਬੋਲਦੇ ਆਪਾਂ? ਝੋਨੇ ਨੂੰ। ਝੋਨੇ ਦੀ ਫਸਲ ਨੂੰ ਬਹੁਤ ਨਮੀ, ਪਾਣੀ ਤੇ ਗਰਮੀ ਦੀ ਲੋੜ ਹੁੰਦੀ ਹੈ। ਸੋ ਇਸ ਕਰਕੇ ਆ ਨੀਚੇ ਪਹੇਲੀ ਨੇ ਦਾ ਆਂਸਰ ਦੇ ਵੀ ਦਿੱਤਾ। ਆ ਬੂਝੋ ਹੈ, ਆ ਪਹੇਲੀ ਹੈ। ਠੀਕ ਹੈ ਜੀ। ਆ ਵੱਖ-ਵੱਖ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਆਪਾਂ ਖੇਤੀ ਪੱਧਤੀਆਂ ਆਖਦੇ ਹਨ। ਹੁਣ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ ਜਦੋਂ ਆਪਾਂ ਕਿਸੇ ਵੀ ਫਸਲ ਨੂੰ ਬੀਜਣਾ ਹੁੰਦਾ ਹੈ? ਸਭ ਤੋਂ ਪਹਿਲਾਂ ਪੈਲੀ ਨੂੰ ਤਿਆਰ ਕੀਤਾ ਜਾਂਦਾ ਹੈ, ਭੂਮੀ ਨੂੰ ਤਿਆਰ ਕੀਤਾ ਜਾਂਦਾ ਹੈ। ਕਿਵੇਂ ਤਿਆਰ ਕੀਤਾ ਜਾਂਦਾ ਹੈ? ਟਰੈਕਟਰਾਂ ਦੇ ਨਾਲ ਵਾਹ ਕੇ। ਉਸ ਤੋਂ ਬਾਅਦ ਉਹਦੇ ਵਿੱਚ ਬੀਜ ਬੀਜਿਆ ਜਾਂਦਾ ਹੈ। ਠੀਕ ਹੈ ਜੀ। ਬੀਜ ਬੀਜਣ ਤੋਂ ਬਾਅਦ ਉਹਦੇ ਵਿੱਚ ਆਪਾਂ ਕੀ ਪਾਉਂਦੇ ਆ? ਖਾਦ ਜਾਂ ਫਿਰ ਮੈਨਿਓਰ ਰੂੜੀ ਨੂੰ ਬੋਲਿਆ ਜਾਂਦਾ ਹੈ। ਇਹ ਪਾਉਂਦੇ ਆ। ਕਿਉਂ ਪਾਉਂਦੇ ਆ? ਤਾਂ ਕਿ ਸਾਡੀ ਫਸਲ ਜਿਹੜੀ ਆ ਉਹ ਬਹੁਤ ਵਧੀਆ ਝਾੜ ਦੇ ਸਕੇ। ਸੋ ਸਭ ਤੋਂ ਪਹਿਲਾਂ ਪੈਲੀ ਤਿਆਰ ਹੋ ਗਈ। ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਬੀਜ ਬੀਜਤਾ, ਖਾਦਾਂ ਵੀ ਪਾਤੀਆਂ। ਥੋੜ੍ਹੇ ਚਿਰਾਂ ਬਾਅਦ ਫਿਰ ਅਸੀਂ ਉਹਨੂੰ ਸਿੰਚਾਈ ਕਰਦੇ ਹਾਂ। ਸਿੰਚਾਈ ਦਾ ਮਤਲਬ ਪਾਣੀ ਲਾਉਂਦੇ ਹਾਂ। ਉਸ ਤੋਂ ਬਾਅਦ ਉਹਦੀ ਗੋਡੀ ਕਰਦੇ ਹਾਂ। ਗੋਡੀ ਦਾ ਮਤਲਬ ਕੀ ਹੈ ਕਿ ਜਦੋਂ ਵੀ ਕੋਈ ਫਸਲ ਬੀਜਦੇ ਹਾਂ ਉਹਦੇ ਵਿੱਚ ਕਈ ਸਾਰੇ ਜਿਹੜੀਆਂ ਅਨਵਾਂਟਡ ਚੀਜ਼ਾਂ ਜਿਹਨਾਂ ਆਪਾਂ ਨੂੰ ਨਹੀਂ ਲੋੜ ਹੁੰਦੀ, ਜਿਹਨਾਂ ਨੂੰ ਬੋਲਦੇ ਆ ਜੰਗਲੀ ਜੜੀ ਬੂਟੀਆਂ, ਉਹ ਉੱਗ ਜਾਂਦੀਆਂ ਨੇ। ਸੋ ਉਹਨਾਂ ਨੂੰ ਅਸੀਂ ਗੋਡੀ ਦੀ ਪ੍ਰਕਿਰਿਆ ਦੇ ਨਾਲ ਫਸਲ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਾਂ। ਉਸ ਤੋਂ ਬਾਅਦ ਆਉਂਦੀ ਹੈ ਜੀ ਵਾਢੀ। ਠੀਕ ਹੈ, ਵਾਢੀ ਦਾ ਮਤਲਬ ਕੀ ਆ?
ਫਸਲਾਂ ਨੂੰ ਵੱਢਣਾ ਤੇ ਭੰਡਾਰਨ ਦਾ ਮਤਲਬ ਕੀ ਹੈ ਜੀ? ਭੰਡਾਰਨ ਦਾ ਮਤਲਬ ਹੈ ਫਸਲਾਂ ਵੱਢ ਕੇ ਸਾਨੂੰ ਜੋ ਦਾਣੇ ਪ੍ਰਾਪਤ ਹੋਏ ਉਹਨਾਂ ਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਸਟੋਰ ਕਰਕੇ ਰੱਖਣਾ ਹੈ। ਅਸੀਂ ਆਪਣੇ ਘਰੇ ਦਾਣਿਆਂ ਦਾ ਕਿਵੇਂ ਭੰਡਾਰਨ ਕਰਦੇ ਹਾਂ? ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਡਰਮ ਰੱਖੇ ਹੁੰਦੇ ਨੇ ਐਲੂਮੀਨੀਅਮ ਤੋਂ, ਜਿਹੜੇ ਤਿਆਰ ਹੋਏ ਹੁੰਦੇ ਨੇ। ਸੋ ਉਹਨਾਂ ਦੇ ਵਿੱਚ ਆਪਾਂ ਦਾਣਿਆਂ ਨੂੰ ਸੁਕਾ ਕੇ ਸਟੋਰ ਕਰ ਲੈਂਦੇ ਹਾਂ, ਉਹਨਾਂ ਦਾ ਭੰਡਾਰਨ ਕਰ ਲੈਂਦੇ ਹਾਂ। ਹੁਣ ਸਭ ਤੋਂ ਪਹਿਲਾਂ ਹੁਣ ਗਾੜੀ ਟੌਪਿਕ ਆ ਗਿਆ ਖੇਤੀ ਜਾਂ ਭੂਮੀ ਦੀ ਤਿਆਰੀ। ਅਸੀਂ ਪਿੱਛੇ ਪੜ੍ਹਿਆ ਸੀ ਨਾ ਕਿ ਜਦੋਂ ਵੀ ਆਪਾਂ ਕੋਈ ਫਸਲ ਬੀਜਦੇ ਹਾਂ ਸਭ ਤੋਂ ਪਹਿਲਾਂ ਅਸੀਂ ਜ਼ਮੀਨ ਤਿਆਰ ਕਰਦੇ ਹਾਂ। ਸੋ ਹੁਣ ਇਹੀ ਪੜ੍ਹਨਾ ਹੈ ਕਿ ਤੇ ਜ਼ਮੀਨ ਕਿਵੇਂ ਤਿਆਰ ਕਰਦੇ ਹਾਂ ਅਸੀਂ? ਫਸਲ ਉਗਾਉਣ ਲਈ ਸਭ ਤੋਂ ਪਹਿਲਾ ਕੰਮ ਹੈ ਖੇਤ ਜਾਂ ਭੂਮੀ ਦੀ ਤਿਆਰੀ। ਖੇਤੀਬਾੜੀ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਮਿੱਟੀ ਨੂੰ ਪੁੱਟਣਾ ਤੇ ਪੋਲਾ ਕਰਨਾ। ਟਰੈਕਟਰ ਜਦੋਂ ਵਾਹੁੰਦੇ ਆ ਮਿੱਟੀ ਬਹੁਤ ਪੋਲੀ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧੱਸ ਜਾਂਦੀਆਂ ਨੇ। ਠੀਕ ਹੈ, ਅਗਰ ਪੈਲੀ ਸਖਤ ਹੋਏਗੀ ਤਾਂ ਜਿਹੜਾ ਪੌਦਾ ਵਾ ਉਹ ਜਲਦੀ ਗਰੋ ਨਹੀਂ ਕਰ ਸਕੇਗਾ। ਪੋਲੀ ਮਿੱਟੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ ਅਤੇ ਪੋਲੀ ਮਿੱਟੀ ਪੌਦਿਆਂ ਦੀਆਂ ਜੜ੍ਹਾਂ ਨੂੰ ਆਸਾਨੀ ਨਾਲ ਸਾਹ ਲੈਣ ਵਿੱਚ ਕਿਵੇਂ ਮਦਦ ਕਰਦੀ ਹੈ? ਦੇਖੋ, ਜਦੋਂ ਮਿੱਟੀ ਪੋਲੀ ਹੋਏਗੀ ਇਹਦਾ ਮਤਲਬ ਕਿ ਉਹਦੇ ਵਿੱਚ ਥੋੜੇ ਥੋੜੇ ਹਵਾ ਦੇ ਕਣ ਮੌਜੂਦ ਨੇ। ਠੀਕ ਹੈ, ਅਗਰ ਮਿੱਟੀ ਦੇ ਵਿੱਚ ਹਵਾ ਦੇ ਕਣ ਮੌਜੂਦ ਨੇ ਤੇ ਜਿਹੜੀਆਂ ਜੜ੍ਹਾਂ ਨੇ ਉਹ ਆਰਾਮ ਦੇ ਨਾਲ ਸਾਹ ਲੈ ਸਕਦੀਆਂ ਨੇ। ਪੋਲੀ ਮਿੱਟੀ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵਧਣ ਫੁੱਲਣ ਲਈ ਮਦਦ ਕਰਦੀ ਹੈ। ਇਹ ਜੀਵ ਜੰਤੂ ਕਿਸਾਨ ਦੇ ਮਿੱਤਰ ਹਨ ਕਿਉਂਕਿ ਇਹ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੇ ਵਿੱਚ ਕਿਸਾਨ ਦੀ ਮਦਦ ਕਰਦੇ ਨੇ ਅਤੇ ਮਿੱਟੀ ਵਿੱਚ ਮੱਲੜ ਦੀ ਮਾਤਰਾ ਵੀ ਵਧਾਉਂਦੇ ਨੇ। ਇਹ ਮੱਲੜ ਕੀ ਹੈ ਜੀ? ਮੱਲੜ ਦਾ ਮਤਲਬ ਹੈ ਉਪਜਾਊਪਨ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਹਿਊਮਸ ਵੀ ਕਹਿ ਦਿੰਦੇ ਹਾਂ। ਪਰ ਫਿਰ ਵੀ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੀ ਲੋੜ ਕਿਉਂ ਪੈਂਦੀ ਹੈ? ਤੁਸੀਂ ਪਿਛਲੀਆਂ ਜਮਾਤਾਂ ਵਿੱਚ ਪੜ੍ਹਿਆ ਹੈ ਕਿ ਮਿੱਟੀ ਵਿੱਚ ਖਣਿਜ, ਪਾਣੀ, ਹਵਾ ਅਤੇ ਕੁਝ ਜੀਵ ਜੰਤੂ ਮੌਜੂਦ ਹੁੰਦੇ ਹਨ। ਇਹਨਾਂ ਤੋਂ ਇਲਾਵਾ ਜੀਵਾਣੂ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਦਾ ਅਪਘਟਨ ਕਰਕੇ ਮੱਲੜ ਵਿੱਚ ਬਦਲ ਜਾਂਦੇ ਹਨ। ਸੋ ਕਹਿੰਦੇ ਕਿ ਜਦੋਂ ਵੀ ਕੋਈ ਵੀ ਚੀਜ਼ ਹੈ, ਕੋਈ ਵੀ ਪੌਦਾ ਹੈ, ਕੋਈ ਵੀ ਜਾਨਵਰ ਜਦੋਂ ਮਰ ਜਾਂਦਾ ਹੈ ਉਹ ਅਕਸਰ ਉਹਦੇ ਵਿੱਚ ਕੀ ਆ, ਜਿਹੜੇ ਜੀਵ ਜੰਤੂ ਛੋਟੇ ਛੋਟੇ ਸੂਖਮ ਜੀਵ ਹੁੰਦੇ ਨੇ ਉਹਦੇ ਉੱਤੇ ਅਟੈਕ ਕਰਦੇ ਨੇ ਔਰ ਉਹ ਸੂਖਮ ਜੀਵ ਕੀ ਕਰਦੇ ਨੇ, ਉਹਨੂੰ ਮੱਲੜ ਦੇ ਵਿੱਚ ਬਦਲ ਦਿੰਦੇ ਨੇ। ਕਿਉਂਕਿ ਉੱਪਰਲੀ ਮਿੱਟੀ ਦੀ ਸਭ ਤੋਂ ਉੱਪਰਲੇ ਕੁਝ ਸੈਂਟੀਮੀਟਰ ਮੋਟੀ ਪਰਤ ਹੀ ਪੌਦਿਆਂ ਦੇ ਵਾਧੇ ਲਈ ਸਹਾਇਕ ਹੁੰਦੀ ਹੈ। ਸੋ ਮਿੱਟੀ ਨੂੰ ਉਲਟਾਉਣ ਪਲਟਾਉਣ ਨਾਲ ਹੇਠਲੇ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਉੱਪਰ ਆ ਜਾਂਦੀ ਹੈ ਤੇ ਪੌਦੇ ਇਹਨਾਂ ਪੋਸ਼ਕ ਤੱਤਾਂ ਦਾ ਉਪਯੋਗ ਆਸਾਨੀ ਨਾਲ ਕਰ ਸਕਦੇ ਨੇ। ਇਸ ਲਈ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਉਲਟਾਉਣਾ ਪਲਟਾਉਣਾ ਬਹੁਤ ਮਹੱਤਵਪੂਰਨ ਹੈ। ਪੁੱਛਿਆ ਗਿਆ ਹੈ ਕਿ ਅਸੀਂ ਪੈਲੀ ਨੂੰ, ਆਪਾਂ ਜ਼ਮੀਨ ਨੂੰ ਕਿਉਂ ਵਾਹੁੰਦੇ ਆ? ਇਸ ਕਰਕੇ ਵਾਹੁੰਦੇ ਆ ਕਿਉਂਕਿ ਮਿੱਟੀ, ਥੱਲੇ ਵਾਲੀ ਮਿੱਟੀ ਉੱਪਰ ਆ ਜਾਏ, ਉਲਟ ਪੁਲਟ ਜਾਵੇ। ਸੋ ਥੱਲੇ ਵਾਲੀ ਮਿੱਟੀ ਦੇ ਵਿੱਚ ਕੀ ਆ, ਜ਼ਿਆਦਾ ਪੋਸ਼ਕ ਤੱਤ ਹੁੰਦੇ ਨੇ। ਜਦੋਂ ਉੱਪਰ ਆ ਜਾਂਦੇ ਨੇ ਪਲਾਂਟ ਉਹਨੂੰ ਯੂਜ਼ ਕਰ ਲੈਂਦਾ ਹੈ। ਉਸ ਤੋਂ ਬਾਅਦ ਜਿਹੜੀ ਉੱਪਰ ਮਿੱਟੀ ਸੀ ਉਹ ਨੀਚੇ ਚਲੀ ਗਈ, ਕਾਫੀ ਦੇਰ ਉੱਥੇ ਪਈ ਰਹਿਣ ਤੋਂ ਬਾਅਦ ਉਹਦੀ ਘਾਟ ਜਿਹੜੀ ਤੱਤਾਂ ਦੀ ਉਹ ਪੂਰੀ ਹੋ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਫਿਰ ਅਸੀਂ ਜ਼ਮੀਨ ਨੂੰ ਵਾਹੁੰਦੇ ਹਾਂ, ਵਾਹੁਣ ਤੋਂ ਬਾਅਦ ਥੜੀ ਮਿੱਟੀ ਫਿਰ ਉੱਪਰ ਆ ਜਾਂਦੀ ਹੈ। ਸੋ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੇ ਲਈ ਪ੍ਰਕਿਰਿਆ ਨੂੰ ਹਲ ਵਾਹੁਣਾ ਕਹਿੰਦੇ ਨੇ। ਅਜਿਹਾ ਕਰਨ ਲਈ ਹਲ ਦੀ ਵਰਤੋਂ ਕੀਤੀ ਜਾਂਦੀ ਹੈ। ਹਲ ਲੋਹੇ ਜਾਂ ਲੱਕੜ ਦੇ ਬਣੇ ਹੋ ਸਕਦੇ ਨੇ। ਜੇਕਰ ਮਿੱਟੀ ਬਹੁਤ ਖੁਸ਼ਕ ਹੋਵੇ ਤਾਂ ਹਲ ਵਾਹੁਣ ਤੋਂ ਪਹਿਲਾਂ ਸਿੰਚਾਈ ਮਤਲਬ ਪਾਣੀ ਵੀ ਦਿੱਤਾ ਜਾਂਦਾ ਹੈ ਉਸਨੂੰ। ਹਲ ਵਾਹੁਣ ਦੇ ਨਤੀਜੇ ਵਜੋਂ ਖੇਤੀ ਵਿੱਚ ਮਿੱਟੀ ਦੇ ਟੁਕੜੇ ਜਾਂ ਢੇਲੇ ਬਣ ਸਕਦੇ ਹਨ। ਇਹਨਾਂ ਨੂੰ ਸੁਹਾਗੇ ਦੀ ਮਦਦ ਦੇ ਨਾਲ ਤੋੜਨਾ ਜ਼ਰੂਰੀ ਹੁੰਦਾ ਹੈ। ਕਈ ਵਾਰੀ ਕੀ ਹੈ, ਜਦੋਂ ਵੀ ਆਪਾਂ ਭੂਮੀ ਨੂੰ ਟਰੈਕਟਰ ਦੇ ਨਾਲ ਵਾਹੁੰਦੇ ਆ ਤੇ ਕੀ ਹੁੰਦਾ ਹੈ, ਕਾਫੀ ਮੋਟੀਆਂ ਵੱਡੀਆਂ ਢੇਮਾਂ, ਮਿੱਟੀ ਦੇ ਟੁਕੜੇ ਜਿਹਨੂੰ ਬੋਲਦੇ ਆ, ਉਹ ਆ ਜਾਂਦੇ ਨੇ। ਸੋ ਉਹਦੇ ਉੱਤੇ ਆਪਾਂ ਸੁਹਾਗਾ ਫੇਰ ਦਿੰਦੇ ਆ ਜਦੋਂ, ਸੋ ਉਹਦੇ ਨਾਲ ਕੀ ਹੁੰਦਾ ਹੈ, ਵੱਡੇ ਜਿਹੜੇ ਮਿੱਟੀ ਦੇ ਟੁਕੜੇ ਹੁੰਦੇ ਨੇ ਉਹ ਛੋਟੇ ਭਾਗਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਬੀਜ ਬੀਜਣਾ ਤੇ ਸਿੰਚਾਈ ਕਰਨਾ ਆਸਾਨ ਹੋ ਜਾਂਦਾ ਹੈ ਔਰ ਸੁਹਾਗੇ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਲੈਵਲਰ ਦੀ ਮਦਦ ਨਾਲ ਖੇਤਾਂ ਨੂੰ ਪੱਧਰਾ ਕੀਤਾ ਜਾਂਦਾ ਹੈ। ਕਈ ਵਾਰ ਹਲ ਵਾਹੁਣ ਤੋਂ ਪਹਿਲਾਂ ਖੇਤਾਂ ਵਿੱਚ ਖਾਦ ਪਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ
ਕਰਨ ਨਾਲ ਮਿੱਟੀ ਵਿੱਚ ਖਾਦ ਚੰਗੀ ਤਰ੍ਹਾਂ ਮਿਲ ਜਾਂਦੀ ਹੈ ਤੇ ਬੀਜ ਬੀਜਣ ਤੋਂ ਪਹਿਲਾਂ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਠੀਕ ਹੈ ਜੀ। ਸੋ ਆਪਾਂ ਅੱਜ ਇੱਥੋਂ ਤੱਕ ਹੀ ਪੜਾਂਗੇ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜ਼ਰੂਰ ਸਮਝ ਆਇਆ ਹੋਵੇਗਾ। ਸੋ ਕੱਲ ਅਸੀਂ ਸ਼ੁਰੂ ਕਰਾਂਗੇ ਖੇਤੀਬਾੜੀ ਔਜ਼ਾਰਾਂ ਦੇ ਉੱਪਰ। ਅਸੀਂ ਖੇਤੀਬਾੜੀ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਕਰਦੇ ਹਾਂ। ਠੀਕ ਹੈ ਜੀ। ਸੋ ਕੱਲ ਤੱਕ ਦੇ ਲਈ ਆਪਣਾ ਇਹ ਚੈਪਟਰ ਪੜੋ। Have a nice day. Thank you.